ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਦੇ ਪੋਡਕਾਸਟ ਦੇ ਵਿੱਚ, ਜਿਸ ਦਾ ਨਾਮ ਹੈ ਦ ਬ੍ਰਾਈਟ ਸਾਈਡ ਆਫ ਬੁੱਕਸ। ਇਸ ਦੇ ਵਿੱਚ ਆਪਾਂ ਹਰ ਹਫਤੇ ਕਿਸੇ ਨਾ ਕਿਸੇ ਬੁੱਕ ਉੱਤੇ ਡਿਸਕਸ ਕਰਦੇ ਹਾਂ, ਜਿਹੜੀ ਕਿ ਆਪਣੀ ਲਾਈਫ ਦੇ ਵਿੱਚ ਹੈਲਪ ਕਰ ਸਕਦੀ ਹੈ ਜਾਂ ਫਿਰ ਜਿਹੜੀ ਵੀ ਬੁੱਕ ਤੋਂ ਆਪਾਂ ਨੂੰ ਕੁਝ ਸਿੱਖਣ ਲਈ ਮਿਲਦਾ ਹੈ। ਅੱਜ ਜਿਹੜੀ ਬੁੱਕ ਬਾਰੇ ਆਪਾਂ ਡਿਸਕਸ ਕਰਾਂਗੇ ਉਹਦਾ ਨਾਮ ਹੈਗਾ ਦ ਰਿਚੈਸਟ ਮੈਨ ਇਨ ਬੇਬੀਲੋਨ। ਇਹ ਜਿਹੜੀ ਬੁੱਕ ਹੈ ਇਹ ਜਾਰਜ ਐਸ ਕਲਾਸਨ ਦੁਆਰਾ ਲਿਖੀ ਗਈ ਹੈ। ਇਹਦੇ ਵਿੱਚ ਉਹਨੇ ਕੀ ਕੀਤਾ ਹੈ, ਉਹਨੇ ਆਪਾਂ ਨੂੰ ਪਾਵਰਫੁਲ ਫਾਈਨੈਂਸ਼ੀਅਲ ਲੈਸਨਸ ਦਿੱਤੇ ਨੇ, ਜਿਹੜੇ ਕਿ ਅੱਜ ਵੀ ਆਪਾਂ ਆਪਣੀ ਲਾਈਫ ਦੇ ਵਿੱਚ ਯੂਜ਼ ਕਰ ਸਕਦੇ ਹਾਂ, ਜੋ ਕਿ ਸੈਂਚੁਰੀਜ਼ ਅਗੋ ਲਿਖੇ ਗਏ ਸੀ। ਇਹ ਬੁੱਕ ਅੱਜ ਵੀ ਬਹੁਤ ਪਪੂਲਰ ਹੈ। ਜਿਹੜੇ ਵੀ ਲੋਕ ਫਾਈਨੈਂਸ਼ੀਅਲ ਐਜੂਕੇਸ਼ਨ ਲੈਣਾ ਚਾਹੁੰਦੇ ਨੇ ਉਹ ਇਹ ਬੁੱਕ ਜ਼ਰੂਰ ਪੜ੍ਹਦੇ ਨੇ। ਇਹਦੇ ਵਿੱਚ ਜਦੋਂ ਬੁੱਕ ਦੀ ਸ਼ੁਰੂਆਤ ਹੁੰਦੀ ਹੈ, ਉਹਨਾਂ ਨੇ ਆਪਾਂ ਨੂੰ ਬੇਬੀਲੋਨ ਦੇ ਜਿਹੜਾ ਏਂਸ਼ੀਅੰਟ ਬੇਬੀਲੋਨ ਹੈ ਉਹਦੇ ਬਾਰੇ ਦੱਸਿਆ ਹੈ, ਅਤੇ ਉਹ ਕਿਵੇਂ ਦਾ ਸੀ, ਉੱਥੋਂ ਦੇ ਲੋਕ ਕਿਵੇਂ ਦੇ ਸੀ, ਉੱਥੋਂ ਦੇ ਲੋਕ ਕਿਹੜੀਆਂ ਪ੍ਰੋਬਲਮਸ ਦੇ ਨਾਲ ਉਸ ਟਾਈਮ 'ਤੇ ਜੂਝ ਰਹੇ ਸੀ। ਇਹਦਾ ਪਹਿਲਾ ਚੈਪਟਰ ਹੈਗਾ ਦ ਮੈਨ ਹੂ ਡਿਜ਼ਾਇਰਡ ਗੋਲਡ। ਇਹ ਚੈਪਟਰ ਦੇ ਵਿੱਚ ਜਿਹੜਾ ਰਾਈਟਰ ਹੈਗਾ ਉਹਨੇ ਆਪਾਂ ਨੂੰ ਕੁਝ ਕਰੈਕਟਰਸ ਦੇ ਨਾਲ ਇੰਟਰੋਡਿਊਸ ਕਰਵਾਇਆ ਹੈ, ਜਿਵੇਂ ਬੰਸੀਰ ਦੇ ਨਾਲ, ਅਰਕਟ ਦੇ ਨਾਲ। ਅਰਕਟ ਜਿਹੜਾ ਸੀਗਾ ਉਹ ਰਿਚੈਸਟ ਮੈਨ ਸੀਗਾ ਉਸ ਟਾਈਮ 'ਤੇ ਬੇਬੀਲੋਨ ਦਾ, ਅਤੇ ਉਹੀ ਜਿਹੜਾ ਹੈਗਾ ਉਹ ਮੇਨ ਇਸ ਬੁੱਕ ਦੇ ਵਿੱਚ ਆਪਣੇ ਜਿਹੜੇ ਸੀਕਰੇਟਸ ਨੇ ਵੈਲਥ ਦੇ ਉਹ ਸਾਰੇ ਲੋਕਾਂ ਦੇ ਨਾਲ ਸ਼ੇਅਰ ਕਰਦਾ ਹੈ, ਬੰਸੀਸ ਦੇ ਨਾਲ ਸ਼ੇਅਰ ਕਰਦਾ, ਨਾਲੇ ਉਹਨੂੰ ਦੱਸਦਾ ਹੈ ਕਿ ਸੇਵਿੰਗ ਅਤੇ ਇਨਵੈਸਟਿੰਗ ਦੀ ਆਪਣੀ ਲਾਈਫ ਦੇ ਵਿੱਚ ਕੀ ਇੰਪੋਰਟੈਂਸ ਹੈ। ਇਸ ਤੋਂ ਬਾਅਦ ਜਿਹੜੇ ਅੱਗੇ ਚੈਪਟਰ ਆ ਰਹੇ ਨੇ, ਜਿਵੇਂ ਦ ਰਿਚੈਸਟ ਮੈਨ ਇਨ ਬੇਬੀਲੋਨ, 7 ਕਿਉਰਸ ਫॉर ਅ ਲੀਨ ਪਰਸ, ਮੀਟ ਦ ਗੋਡੈਸ ਆਫ ਗੁੱਡ ਲੱਕ, The 5 laws of gold, the gold lender of Babylon, the wall of Babylon, the camel trader of Babylon, the clay tablets from Babylon, the luckiest man in Babylon। ਇਹ ਸਾਰਿਆਂ ਦੇ ਵਿੱਚ ਉਹਨਾਂ ਨੇ ਬਸ ਜਿਹੜੇ ਫਾਈਨੈਂਸ਼ੀਅਲ ਲਾਜ਼ ਨੇ ਜਾਂ ਜਿਹੜੇ ਫਾਈਨੈਂਸ਼ੀਅਲ ਉਹਨੇ ਦੱਸਿਆ ਕਿ ਤੁਸੀਂ ਆਪਦੀ ਲਾਈਫ ਦੇ ਵਿੱਚ ਕੁਝ ਚੇਂਜਸ ਕਰਕੇ, ਕੁਝ ਪ੍ਰਿੰਸੀਪਲਸ ਲਿਆ ਕੇ, ਕੁਝ ਫਾਈਨੈਂਸ਼ੀਅਲ ਸੇਵਿੰਗ ਅਤੇ ਇਨਵੈਸਟਮੈਂਟ ਕਰਕੇ ਕਿਵੇਂ ਆਪਦੀ ਲਾਈਫ ਨੂੰ ਚੇਂਜ ਕਰ ਸਕਦੇ ਹੋ ਅਤੇ ਤੁਸੀਂ ਰਿਚ ਬਣ ਸਕਦੇ ਹੋ। ਸੋ ਜਦੋਂ ਇਹ ਬੁੱਕ ਦੀ ਸ਼ੁਰੂਆਤ ਹੁੰਦੀ ਹੈ, ਇਹਦੇ ਓਪਨਿੰਗ ਚੈਪਟਰ ਦੇ ਵਿੱਚ ਆਪਾਂ ਬੰਸੀਰ ਨੂੰ ਮਿਲਦੇ ਹਾਂ, ਜੋ ਕਿ ਇੱਕ ਕਾਰੀਗਰ ਹੈ ਅਤੇ ਜੋ ਡਿਜ਼ਾਇਰ ਰੱਖਦਾ ਹੈ ਕਿ ਵੈਲਥ ਨੂੰ ਇਕੱਠਾ ਕਰ ਸਕੇ। ਉਹ ਬਹੁਤ ਥੱਕ ਚੁੱਕਿਆ ਇਹ ਗੱਲ ਤੋਂ ਕਿ ਉਹਦੀ ਫਾਈਨੈਂਸ਼ੀਅਲ ਪ੍ਰੋਗਰੈਸ ਨਹੀਂ ਹੋ ਪਾ ਰਹੀ ਅਤੇ ਉਹਨੂੰ ਸਮਝ ਨਹੀਂ ਆਉਂਦਾ ਵੀ ਉਹ ਕਿਵੇਂ ਰਿਚ ਬਣੇ। ਫਿਰ ਉਹਨੂੰ ਯਾਦ ਆਉਂਦਾ ਕਿ ਇੱਕ ਬੰਦਾ ਹੈਗਾ ਅਰਕਦ ਉਹਨਾਂ ਦੇ ਪਿੰਡ ਦੇ ਵਿੱਚ, ਜੋ ਕਿ ਸਭ ਤੋਂ ਜ਼ਿਆਦਾ ਰਿਚੈਸਟ ਮੈਨ ਹੈ ਬੇਬੀਲੋਨ ਦਾ। ਉਹ ਅਰਕਦ ਦੇ ਕੋਲ ਜਾਂਦਾ ਅਤੇ ਉਹਨੂੰ ਕਹਿੰਦਾ ਹੈ ਕਿ ਤੂੰ ਮੈਨੂੰ ਆਈਡੀਆਜ਼ ਦੇ ਕਿ ਮੈਂ ਕਿਵੇਂ ਫਾਈਨੈਂਸ਼ੀਅਲੀ ਪ੍ਰੋਗਰੈਸ ਕਰ ਸਕਦਾ ਗਾ, ਮੇਰੇ ਨਾਲ ਆਪਣੀ ਵੈਲਥ ਬਿਲਡਿੰਗ ਵਾਲੇ ਜਿਹੜੇ ਸੀਕਰੇਟ ਨੇ ਪਲੀਜ਼ ਸ਼ੇਅਰ ਕਰ ਅਤੇ ਮੈਨੂੰ ਆਪਣਾ ਵਿਜ਼ਡਮ ਦੇ, ਤਾਂ ਕਿ ਮੈਂ ਵੀ ਤੇਰੇ ਤਰ੍ਹਾਂ ਅਮੀਰ ਬਣ ਸਕਾਂ। ਅਰਕਦ ਪਹਿਲਾਂ ਤਾਂ ਉਹਨੂੰ ਇਹ ਸਮਝਾਉਂਦਾ ਹੈ ਕਿ ਇੰਪੋਰਟੈਂਸ ਕੀ ਹੈ ਸੇਵਿੰਗ ਦੇ ਵਿੱਚ, ਅਤੇ ਉਹਨੂੰ ਪਹਿਲਾ ਪ੍ਰਿੰਸੀਪਲ ਇਹ ਦੱਸਦਾ ਹੈ ਕਿ ਸਟਾਰਟ ਦਾ ਪਰਸ ਟੂ ਫੈਟਨਿੰਗ। ਉਹ ਕਹਿੰਦਾ ਹੈ ਕਿ ਤੁਸੀਂ ਜਿਹੜਾ ਆਪਦਾ ਪਰਸ ਹੈ ਸਭ ਤੋਂ ਪਹਿਲਾਂ ਉਹਨੂੰ ਫੈਟਨ ਕਰੋ, ਉਹਨੂੰ ਮੋਟਾ ਕਰੋ। ਉਹ ਕਹਿੰਦਾ ਹੈ ਕਿ ਹਮੇਸ਼ਾ 10% ਆਪਣੀ ਜਿਹੜੀ ਕਮਾਈ ਹੈ ਤੁਸੀਂ ਉਹਦਾ ਸੇਵ ਕਰੋ। ਉਹ ਕਹਿੰਦਾ ਕਿ ਜੋ ਮਰਜ਼ੀ ਹੋਵੇ, ਜਿਵੇਂ ਮਰਜ਼ੀ ਤੁਹਾਡੀ ਲਾਈਫ ਜਾ ਰਹੀ ਹੈ, ਜਿੰਨੀ ਵੀ ਤੁਹਾਡੀ ਇਨਕਮ ਹੈ ਤੁਹਾਨੂੰ ਉਹਦਾ 10% ਹੈ ਜਿਹੜਾ ਹੈ ਉਹਨੂੰ ਸੇਵ ਕਰਨਾ ਚਾਹੀਦਾ, ਅਤੇ ਉਹਦੇ ਵਿੱਚੋਂ ਹੀ ਤੁਹਾਨੂੰ ਕੁਝ ਨਾ ਕੁਝ ਆਪਦੇ ਫਿਊਚਰ ਲਈ ਜਿਹੜਾ ਹੈ ਇਨਵੈਸਟ ਕਰਨਾ ਚਾਹੀਦਾ। ਉਹ ਉਸ ਤੋਂ ਬਾਅਦ ਉਹਨੂੰ ਕਹਿੰਦਾ ਹੈ ਕਿ ਤੁਹਾਨੂੰ ਉਹ ਬੰਦਿਆਂ ਤੋਂ ਐਡਵਾਈਸ ਲੈਣੀ ਚਾਹੀਦੀ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਐਵੇਂ ਹੀ ਸਲੋਲੀ ਗਰੋ ਕੀਤਾ ਹੈ, ਜਿਨ੍ਹਾਂ ਨੇ ਫਾਈਨੈਂਸ਼ੀਅਲ ਸਕਸੈਸ ਦੇਖੀ ਹੈ। ਤੈਨੂੰ ਉਹਨਾਂ ਦੇ ਲੈਸਨਸ ਤੋਂ, ਲਾਈਫ ਦੇ ਲੈਸਨਸ ਤੋਂ ਸਿੱਖਣਾ ਚਾਹੀਦਾ ਹੈ। ਤੂੰ ਦੇਖ ਉਹਨਾਂ ਨੇ ਕਿਹੜੀਆਂ ਗਲਤੀਆਂ ਕੀਤੀਆਂ ਨੇ ਤਾਂ ਕਿ ਤੂੰ ਗਲਤੀਆਂ ਨਾ ਕਰੇ। ਠੀਕ ਹੈ, ਹਰ ਬੰਦਾ ਆਪਣੀ ਫਾਈਨੈਂਸ਼ੀਅਲ ਗਰੋਥ ਦੇ ਵਿੱਚ ਜਾਂ ਕਿਸੇ ਵੀ ਚੀਜ਼ ਦੀ ਗਰੋਥ ਦੇ ਵਿੱਚ ਹਮੇਸ਼ਾ ਕੋਈ ਨਾ ਕੋਈ ਗਲਤੀਆਂ ਕਰਦਾ ਅਤੇ ਉਹ ਗਲਤੀਆਂ ਕਰਕੇ ਹੀ ਸਿੱਖਦਾ। ਪਰ ਜਦੋਂ ਤੁਸੀਂ ਕਿਸੇ ਐਸੇ ਬੰਦੇ ਤੋਂ ਐਡਵਾਈਸ ਦਿੰਦੇ ਹੋ, ਐਸੇ ਕਿਸੇ ਬੰਦੇ ਨੂੰ ਆਪਦਾ ਮੈਂਟਰ ਬਣਾਉਂਦੇ ਹੋ, ਤਾਂ ਤੁਹਾਨੂੰ ਪਤਾ ਹੁੰਦਾ ਵੀ ਉਹਨਾਂ ਨੇ ਕਿਹੜੀਆਂ ਗਲਤੀਆਂ ਕੀਤੀਆਂ ਨੇ ਤਾਂ ਕਿ ਤੁਸੀਂ ਉਹ ਗਲਤੀਆਂ ਅਵੋਇਡ ਕਰੋ। ਯੂ ਆਰ ਅਲਾਊਡ ਟੂ ਮੇਕ ਕਿ ਤੁਸੀਂ ਆਪਦੀਆਂ ਗਲਤੀਆਂ ਕਰੋ, ਉਹਨਾਂ ਤੋਂ ਸਿੱਖੋ, ਪਰ ਤੁਸੀਂ ਦੂਸਰਿਆਂ ਦੀ ਗਲਤੀਆਂ ਤੋਂ ਵੀ ਸਿੱਖ ਸਕਦੇ ਹੋ। ਅਰਕਦ ਨੇ ਇਸ ਤੋਂ ਬਾਅਦ ਉਹਨੂੰ ਬੰਸੀਰ ਨੂੰ ਇਹ ਵੀ ਕਿਹਾ ਕਿ ਜਿਹੜਾ ਤੁਹਾਡਾ ਪੈਸਾ ਹੈ, ਜਿਹੜੀ ਤੁਹਾਡੀ ਮਨੀ ਹੈ, ਉਹਨੂੰ ਹਮੇਸ਼ਾ ਕਿਸੇ ਨਾ ਕਿਸੇ ਵਰਕ ਦੇ ਵਿੱਚ ਲਾਉਣਾ ਚਾਹੀਦਾ। ਇਹ ਨਹੀਂ ਹੈਗਾ ਜਿਹੜੀ ਤੁਸੀਂ ਸੇਵ ਕਰ ਰਹੇ ਹੋ ਅਤੇ ਉਹਨੂੰ ਬਸ ਸੇਵ ਕਰਕੇ ਇੱਕ ਜਗ੍ਹਾ 'ਤੇ ਰੱਖ ਲਓ। ਯੂ ਸ਼ੁੱਡ ਪੁੱਟ ਯੋਰ ਮਨੀ ਐਟ ਵਰਕ। ਤੁਹਾਨੂੰ ਤੁਹਾਡੇ ਪੈਸੇ ਨੂੰ ਕੰਮ 'ਤੇ ਲਾਉਣਾ ਚਾਹੀਦਾ ਹੈ। ਉਹਨੇ ਦੱਸਿਆ ਕਿ ਇਨਵੈਸਟਿੰਗ ਦੀ ਉਸ ਟਾਈਮ ਦੇ ਵਿੱਚ, ਆਪਾਂ ਏਂਸ਼ੀਅੰਟ ਬੇਬੀਲੋਨ ਦੀ ਗੱਲ ਕਰ ਰਹੇ ਹਾਂ, ਉਸ ਟਾਈਮ ਦੇ ਵਿੱਚ ਵੀ ਉਹਨੇ ਇਨਵੈਸਟਿੰਗ ਦੇ ਬਾਰੇ ਦੱਸਿਆ। ਉਹਨੇ ਦੱਸਿਆ ਕਿ ਇਨਵੈਸਟਿੰਗ ਬਹੁਤ ਹੀ ਵਾਈਜ਼ਲੀ ਕਰਨੀ ਚਾਹੀਦੀ ਹੈ। ਠੀਕ ਹੈ,
ਵੀ ਜਿਹੜੀਆਂ ਪੋਰਟਫੋਲੀਓਜ਼ ਹੁੰਦੀਆਂ, ਜਿਵੇਂ ਕਿ ਅੱਜ ਕੱਲ੍ਹ ਆਪਾਂ ਪੋਰਟਫੋਲੀਓਜ਼ ਬਾਰੇ ਸੁਣਦੇ ਹਾਂ, ਉਹਨੇ ਇਹ ਦੱਸਿਆ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕਿੱਥੇ ਇਨਵੈਸਟ ਕਰ ਰਹੇ ਹੋ। ਇਹ ਨਹੀਂ ਹੈਗਾ ਕਿ ਤੁਸੀਂ ਪਹਿਲੀ ਵਾਰ 'ਚ ਹੀ ਬਹੁਤ ਵਧੀਆ ਇਨਵੈਸਟਮੈਂਟ ਕਰੋਗੇ। ਯੂ ਵਿਲ ਫੇਸ ਲਾਸ, ਤੁਹਾਨੂੰ ਲਾਸ ਦਾ ਸਾਹਮਣਾ ਕਰਨਾ ਪਏਗਾ, ਬਟ ਤੁਸੀਂ ਮੇਕ ਸ਼ੋਰ ਕਰੋ ਕਿ ਦੁਬਾਰਾ ਉਵੇਂ ਦੀਆਂ ਗਲਤੀਆਂ ਨਾ ਦੁਹਰਾਓ। ਉਹ ਕਹਿੰਦਾ ਹੈ ਕਿ ਜੇ ਬੰਸੀਰ ਜਿਹੜੇ ਉਹਦੇ ਕੋਲ ਪੈਸੇ ਨੇ ਉਹਨਾਂ ਨੂੰ ਡਿਫਰੈਂਟ ਮਲਟੀਪਲ ਸਟਰੀਮ ਆਫ ਇਨਕਮ ਦੇ ਵਿੱਚ, ਯਾਨੀ ਕਿ ਡਿਫਰੈਂਟ ਜਗ੍ਹਾਵਾਂ 'ਤੇ ਇਨਵੈਸਟ ਕਰੇਗਾ, ਅਤੇ ਇਸ ਹਿਸਾਬ ਨਾਲ ਉਹ ਆਪਣੇ ਲਈ ਬਹੁਤ ਸਾਰੇ ਇਨਕਮ ਦੇ ਸੋਰਸ ਬਣਾ ਲਏਗਾ। ਬਹੁਤ ਸਾਰੇ ਸੋਰਸਿਸ ਬਣ ਜਾਣਗੇ ਜਿਹਦੇ ਤੋਂ ਉਹਨੂੰ ਪੈਸੇ ਆਉਣੇ ਸ਼ੁਰੂ ਹੋ ਜਾਣਗੇ। ਇਹ ਸਾਰੀਆਂ ਗੱਲਾਂ ਸੁਣ ਕੇ ਜਿਹੜਾ ਬੰਸੀਰ ਹੈ ਉਹ ਕਾਫੀ ਇੰਸਪਾਇਰਡ ਫੀਲ ਕਰਦਾ, ਮੋਟੀਵੇਟਡ ਹੋ ਜਾਂਦਾ, ਅਤੇ ਉਹ ਸੋਚਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਚੀਜ਼ਾਂ ਮੈਂ ਅਰਕਤ ਤੋਂ ਸਿੱਖ ਕੇ ਜਾ ਰਿਹਾ ਕਿਵੇਂ ਲੈ ਕੇ ਆਇਆ। ਬੁੱਕ ਦੇ ਦੂਸਰੇ ਚੈਪਟਰ ਦੇ ਵਿੱਚ ਜਿਹੜਾ ਅਰਕਤ ਹੈਗਾ ਨਾ, ਉਹ ਆਪਣੀ ਫਾਈਨੈਂਸ਼ੀਅਲ ਜਰਨੀ ਸ਼ੇਅਰ ਕਰਦਾ। ਉਹ ਦੱਸਦਾ ਹੈ ਕਿ ਉਹ ਕਿਵੇਂ ਬਣਿਆ ਰਿਚੈਸਟ ਮੈਨ ਬੇਬੀਲੋਨ ਦਾ। ਉਹ ਦੱਸਦਾ ਹੈ ਕਿ ਕਿਵੇਂ ਉਹ ਇੱਕ ਗਰੀਬ ਬੰਦਾ ਸੀਗਾ ਅਤੇ ਕਿਵੇਂ ਉਹਨੇ ਆਪਣੀ ਫਾਈਨੈਂਸ਼ੀਅਲ ਜਿਹੜੀ ਸਿਚੁਏਸ਼ਨ ਹੈ ਉਹਨੂੰ ਚੇਂਜ ਕੀਤਾ ਕੁਝ ਪ੍ਰਿੰਸੀਪਲਸ ਲਾ ਕੇ। ਉਹਨੇ ਉਹਨਾਂ ਨੂੰ ਦੱਸਿਆ ਕਿ 7 ਕਿਉਰਸ ਆਫ ਲੀਨ ਪਰਸ, ਇਹ ਇੱਕ ਲਾਅ ਸੀ ਜਿਹੜਾ ਉਹ ਆਪਣੀ ਲਾਈਫ ਦੇ ਵਿੱਚ ਯੂਜ਼ ਕਰਦਾ ਸੀ, ਅਤੇ ਜਿਹਨੇ ਹੈਲਪ ਕੀਤੀ ਉਹਦੀ ਇੰਨੀ ਵੈਲਥ ਬਿਲਡ ਕਰਨ ਦੇ। ਜਿਵੇਂ ਕਿ ਉਹਨੇ ਪਹਿਲੇ ਦੱਸਿਆ ਕਿ ਆਪਣੀ ਇਨਕਮ ਦਾ 10% ਤੁਸੀਂ ਸੇਵ ਕਰੋ ਅਤੇ ਹਮੇਸ਼ਾ ਆਪਦੇ ਆਪ ਨੂੰ ਉਹਨੂੰ ਐਜ਼ ਅ ਪੇ ਕਰੋ। ਮੰਨ ਲਓ ਅੱਜ ਮੇਰੀ ਸੈਲਰੀ ਆਈ ਹੈ, ਜੋ ਵੀ ਮੇਰੀ ਸਿਚੁਏਸ਼ਨ ਹੋਵੇ, ਫਾਈਨੈਂਸ਼ੀਅਲੀ ਹਾਰਡ ਹੋਵੇ ਜਾਂ ਓਕੇ ਹੋਵੇ, ਹਮੇਸ਼ਾ ਜਿਹੜਾ 10% ਹੈਗਾ ਤੁਸੀਂ ਆਪਦੀ ਇਨਕਮ ਦਾ ਉਹਨੂੰ ਸੇਵ ਕਰੋ, ਯਾਨੀ ਕਿ ਤੁਸੀਂ ਉਹਨੂੰ ਐਜ਼ ਅ ਸੈਲਰੀ ਆਪਦੇ ਆਪ ਨੂੰ ਪੇ ਕਰੋ। ਉਸ ਤੋਂ ਬਾਅਦ ਜਿਹੜਾ 90% ਰਹਿ ਗਿਆ ਉਹ ਤੁਸੀਂ ਆਪਣੇ ਲਿਵਿੰਗ ਐਕਸਪੈਂਸਿਸ ਦੇ ਵਿੱਚ ਯੂਜ਼ ਕਰੋ। ਉਸ ਤੋਂ ਬਾਅਦ ਉਹ ਦੱਸਦਾ ਹੈ ਕਿ ਤੁਸੀਂ ਜਿਹੜੀ ਆਪਣੀ ਇਨਵੈਸਟਮੈਂਟਸ ਨੇ ਉਹਨਾਂ ਨੂੰ ਸੋਚ ਕੇ ਚੂਜ਼ ਕਰੋ। ਉਹਨੇ ਉਹਨੂੰ ਦੱਸਿਆ ਕਿ ਕਈ ਵਾਰੀ ਜਿਹੜੇ ਵੈਂਚਰਸ ਹੁੰਦੇ ਨੇ, ਕਈ ਚੀਜ਼ਾਂ ਹੁੰਦੀਆਂ ਆਪਾਂ ਨੂੰ ਦੇਖਣ ਨੂੰ ਬਹੁਤ ਵਧੀਆ ਲੱਗਦੀਆਂ ਨੇ, ਲੋਕ ਬਹੁਤ ਕੁਝ ਪ੍ਰੋਮਿਸ ਕਰਦੇ ਆ ਕਿ $100 ਲਗਾਓ 1000 ਬਣ ਜਾਏਗਾ, 100 ਲਾਓ 10,000 ਬਣ ਜਾਏਗਾ। ਵੀ ਐਵੇਂ ਦੇ ਜਿਹੜੇ ਸਕੈਮਸ ਤੋਂ ਉਹਦੇ ਤੋਂ ਬਚਣਾ ਵੀ ਤੁਹਾਨੂੰ ਆਉਣਾ ਚਾਹੀਦਾ। ਅਤੇ ਤੀਸਰਾ ਉਹਨੇ ਦੱਸਿਆ ਕਿ ਇਨਸ਼ੋਰ ਕਰੋ ਕਿ ਤੁਹਾਡੇ ਕੋਲ ਜਿਹੜੀ ਫਿਊਚਰ ਇਨਕਮ ਹੈ ਉਹ ਆ ਰਹੀ ਹੈ, ਵੀ ਜਿਹੜੀਆਂ ਤੁਹਾਡੀਆਂ ਫਿਊਚਰ ਦੀਆਂ ਨੀਡਸ ਨੇ ਜਾਂ ਫਿਰ ਤੁਹਾਡੇ ਰਿਟਾਇਰਮੈਂਟ ਪਲਾਨਸ ਨੇ, ਸਭ ਕੁਝ ਕ੍ਰੀਏਟ ਕਰੋ। ਕਹਿੰਦਾ ਮੰਨ ਲਓ ਹੁਣ ਜਿਵੇਂ ਤੁਹਾਡੇ ਕੋਲ 10% ਤਾਂ ਤੁਸੀਂ ਆਪਦੀ ਸੈਲਰੀ ਦਾ ਰੱਖ ਲਿਆ ਆਪਦੇ ਸੇਵਿੰਗਸ ਦੇ ਲਈ, ਜਿਹੜਾ 90% ਹੈ ਨਾ ਉਹਦੇ 'ਚੋਂ ਤੁਸੀਂ ਆਪਦੇ ਐਕਸਪੈਂਸਿਸ ਕਰ ਲਏ, ਉਹਦੇ 'ਚੋਂ ਕੋਈ ਇੱਕ ਪਾਰਟ, ਮੰਨ ਲਓ ਕੋਈ ਇੱਕ ਪਾਰਟ ਜਿਹੜਾ ਹੈਗਾ ਉਹ ਤੁਸੀਂ ਆਪਦੀ ਰਿਟਾਇਰਮੈਂਟ ਲਈ ਰੱਖੋ, ਲਾਈਕ ਆਪਣੇ ਫਿਊਚਰ ਗੋਲਸ ਲਈ ਰੱਖਣਾ ਸਾਈਡ 'ਤੇ ਸ਼ੁਰੂ ਕਰੋ। ਉਸ ਟਾਈਮ ਦੇ ਵਿੱਚ ਵੀ ਉਹਨੇ ਜਿਹੜਾ ਅਰਕਤ ਸੀ ਉਹਨੇ ਬੰਸੀਰ ਨੂੰ ਇਹ ਕਿਹਾ ਕਿ ਤੁਹਾਨੂੰ ਰੀਅਲ ਏਸਟੇਟ ਦੇ ਵਿੱਚ ਇਨਵੈਸਟ ਕਰਨਾ ਚਾਹੀਦਾ, ਤੁਹਾਨੂੰ ਪ੍ਰੋਪਰਟੀ ਦੇ ਵਿੱਚ ਇਨਵੈਸਟ ਕਰਨਾ ਚਾਹੀਦਾ। ਇਨ ਫਿਊਚਰ ਉਹ ਤੇਰੇ ਲਈ ਬਹੁਤ ਕੰਮ ਆਏਗੀ। ਫਾਈਨਲੀ ਉਹਨੇ ਉਹਨੂੰ ਦੱਸਿਆ ਕਿ ਹਮੇਸ਼ਾ ਆਪਦੀ ਸੋਚ ਨੂੰ ਐਸਾ ਬਣਾਓ ਕਿ ਤੁਹਾਡੀ ਜਿਹੜੀ ਐਬਿਲਿਟੀ ਟੂ ਓਨ ਹੈ, ਜਿਹੜੀ ਐਬਿਲਿਟੀ ਫਾਈਨੈਂਸ਼ੀਅਲ ਨੂੰ ਸਮਝਣ ਦੀ ਹੈ, ਉਹ ਇਨਕਰੀਜ਼ ਹੋਵੇ। ਹਮੇਸ਼ਾ ਐਸੇ ਲੋਕਾਂ ਕੋਲ ਬੈਠੋ, ਐਸੇ ਲੋਕਾਂ ਨੂੰ ਸੁਣੋ ਜੋ ਕਿ ਤੁਹਾਡੀ ਹੈਲਪ ਕਰ ਸਕਣ ਤੁਹਾਨੂੰ ਫਾਈਨੈਂਸ਼ੀਅਲੀ ਗਰੋ ਕਰਨ ਲਈ, ਤੁਹਾਡਾ ਮਾਈਂਡਸੈਟ ਜਿਹੜਾ ਉਸ ਹਿਸਾਬ ਨਾਲ ਬਣਾਉਣ ਲਈ। ਅਤੇ ਹਮੇਸ਼ਾ ਸਿੱਖਦੇ ਰਹੋ। ਜਿੰਨਾ ਤੁਸੀਂ ਫਾਈਨੈਂਸ਼ੀਅਲ ਟੌਪਿਕ ਦੇ ਉੱਤੇ ਸਿੱਖੋਗੇ ਓਨਾ ਹੀ ਤੁਹਾਡੀ ਲਾਈਫ ਦੇ ਵਿੱਚ ਹਮੇਸ਼ਾ ਵਧੀਆ ਹੋਏਗਾ। ਤੁਸੀਂ ਨਿਊ ਸਕਿੱਲਸ ਸਿੱਖੋ, ਨੌਲੇਜ ਲਓ, ਸਾਰੀਆਂ ਚੀਜ਼ਾਂ ਕਰਕੇ, ਤਾਂ ਕਿ ਤੁਹਾਡੀ ਜਿਹੜੀ ਪੋਟੈਂਸ਼ੀਅਲ ਹੈ ਅਰਨਿੰਗ ਦੀ ਉਹ ਇਨਕਰੀਜ਼ ਹੋ ਸਕੇ ਅਤੇ ਤੁਹਾਡੇ ਲਈ ਡਿਫਰੈਂਟ ਰਾਹ ਓਪਨ ਹੋ ਸਕਣ ਓਪਰਚੁਨਿਟੀਜ਼ 'ਤੇ। ਇਸ ਤੋਂ ਬਾਅਦ ਉਹਨੇ ਅਰਕਤ ਨੇ ਜਿਹੜਾ ਬੰਸੀਰ ਹੈ ਉਹਨੂੰ ਇਹੀ ਸਮਝਾਇਆ ਕਿ ਤੈਨੂੰ ਡਿਫਰੈਂਸ਼ੀਏਟ ਕਰਨਾ ਚਾਹੀਦਾ ਨੈਸੈਸਰੀ ਅਤੇ ਅਨਨੈਸੈਸਰੀ ਐਕਸਪੈਂਸਿਸ ਦੇ ਵਿੱਚ। ਜਿਹੜੀਆਂ ਚੀਜ਼ਾਂ ਲੋੜ ਦੀਆਂ ਨੇ ਉਹਨਾਂ 'ਤੇ ਪੈਸੇ ਲਾਉਣ ਦੇ ਵਿੱਚ ਕੁਝ ਵੀ ਬੁਰਾਈ ਨਹੀਂ ਹੈਗੀ, ਪਰ ਜਿਹੜੀਆਂ ਚੀਜ਼ਾਂ ਬਿਨਾਂ ਤੁਹਾਡਾ ਸਰ ਸਕਦਾ ਹਜੇ ਲਈ ਤੁਸੀਂ ਉਹਨੂੰ ਅਵੋਇਡ ਕਰੋ, ਠੀਕ ਹੈ। ਉਹ ਵੀ ਪੈਸੇ ਤੁਸੀਂ ਆਪਦੀ ਸੇਵਿੰਗ ਦੇ ਵਿੱਚ ਐਡ ਕਰ ਸਕਦੇ ਹੋ ਜਾਂ ਫਿਰ ਆਪਣੀ ਇਨਵੈਸਟਮੈਂਟ ਪੋਰਟਫੋਲੀਓ ਦੇ ਵਿੱਚ ਐਡ ਕਰ ਸਕਦੇ ਹੋ, ਜੋ ਕਿ ਤੁਹਾਡਾ ਫਿਊਚਰ ਬਿਲਡ ਕਰਨ ਦੇ ਵਿੱਚ ਹੈਲਪ ਕਰੇਗਾ। ਉਹਨੇ ਇਹ ਵੀ ਗੱਲ 'ਤੇ ਦੁਬਾਰਾ ਐਨਫਸਾਈਜ਼ ਕੀਤਾ, ਉਹਨੂੰ ਸਮਝਾਇਆ ਕਿ ਹਮੇਸ਼ਾ ਆਪਣੀ ਇਨਵੈਸਟਮੈਂਟਸ ਦੇ ਲਈ ਹਮੇਸ਼ਾ ਆਪਣੇ ਜਿੱਥੇ ਵੀ ਪੈਸੇ ਤੁਸੀਂ ਲਗਾ ਰਹੇ ਹੋ ਰਿਸਰਚ ਕਰੋ ਐਂਡ ਐਵਰੀਥਿੰਗ ਕਰੋ। ਇਹ ਨਹੀਂ ਹੈਗਾ ਵੀ ਕਿਸੇ ਨੇ ਕਿਹਾ ਤਾਂ ਤੁਸੀਂ ਪੈਸੇ ਲਾਤੇ। ਹਮੇਸ਼ਾ ਤੁਹਾਨੂੰ ਆਪਦੀ ਰਿਸਰਚ ਹੋਣੀ ਚਾਹੀਦੀ ਹੈ, ਇਨਫੋਰਮੇਸ਼ਨ ਹੋਣੀ ਚਾਹੀਦੀ ਹੈ, ਕਿਉਂਕਿ ਜਿਹੜੀ ਪੈਸੇ ਤੁਸੀਂ ਲਾ ਰਹੇ ਹੋ ਇਹ ਫਰੀ ਦੇ ਨਹੀਂ ਹੈਗੇ, ਤੁਹਾਡੀ ਮਿਹਨਤ ਦੀ ਕਮਾਈ ਹੈ। ਸੋ ਆਪਣੀ ਮਿਹਨਤ ਦੀ ਕਮਾਈ ਕਿਤੇ ਵੀ ਇਨਵੈਸਟ ਕਰਨ ਲਈ ਪ੍ਰੋਪਰ ਨੌਲੇਜ ਹੋਣੀ ਜ਼ਰੂਰੀ ਹੈ ਤੁਹਾਨੂੰ। ਇਸ ਤੋਂ ਬਾਅਦ ਜਿਹੜਾ ਅਰਕਤ ਹੈਗਾ ਉਹ ਦੱਸਦਾ ਹੈ ਬੰਸੀਰ ਨੂੰ ਵੀ ਕਿਵੇਂ ਉਹਦੀ ਲਾਈਫ ਚੇਂਜ ਹੋਈ, ਕਿ ਪਹਿਲਾਂ ਕਿਵੇਂ ਉਹ ਇੱਕ ਰੈਕਲੈਸ ਬੰਦਾ ਸੀ, ਉਹ ਵੀ ਕਿਸੇ ਚੀਜ਼ ਵੱਲ ਧਿਆਨ ਨਹੀਂ ਦਿੰਦਾ ਸੀ ਅਤੇ ਉਹ ਕਿਵੇਂ ਫਾਈਨੈਂਸ਼ੀਅਲ ਲਾਸਿਸ ਦੇ ਵਿੱਚ ਚੱਲ ਰਿਹਾ ਸੀ। ਫਿਰ ਇੱਕ ਲੇਡੀ ਨੂੰ ਮਿਲਿਆ ਜਿਹਨੂੰ ਉਹ ਗੋਡੈਸ ਆਫ ਗੁੱਡ ਲੱਕ ਕਹਿੰਦਾ ਕਿ ਕਿਵੇਂ ਉਹਨੇ ਉਹਨੂੰ ਸਮਝਾਇਆ, ਕਿਵੇਂ ਉਹਨੂੰ ਸਹੀ ਰਾਹ 'ਤੇ ਲੈ ਕੇ ਆਈ ਅਤੇ ਕਿਵੇਂ ਉਹਦੀ ਲਾਈਫ ਜਿਹੜੀ ਹੈ ਬਿਲਕੁਲ ਚੇਂਜ ਹੋ ਗਈ।
ਫਿਰ ਉਹਨੇ ਦੱਸਿਆ ਕਿ ਕਿਵੇਂ ਉਹਨੇ ਆਪਣੇ ਜਿਹੜੇ ਪੈਸੇ ਸੀਗੇ ਉਸ ਟਾਈਮ 'ਤੇ ਜਿਹੜੇ ਉਹਨੇ ਮਾੜੇ ਮੋਟੇ ਸੇਵ ਕੀਤੇ ਸੀਗੇ, ਫਿਰ ਉਹਨੇ ਕਿਵੇਂ ਆਪਣੇ ਪੈਸੇ ਗੋਲਡ, ਸਿਲਵਰ ਅਤੇ ਕਾਪਰ ਦੇ ਵਿੱਚ ਇਨਵੈਸਟ ਕੀਤੇ। ਉਹਨੇ ਮਾਰਕੀਟ ਦੀ ਰਿਸਰਚ ਕੀਤੀ, ਉਹਨੇ ਕਿਵੇਂ ਆਪਣਾ ਜਿਹੜਾ ਮਾਈਂਡ ਸੀਗਾ ਓਪਨ ਰੱਖਿਆ ਅਤੇ ਆਪਣੀ ਜਿਹੜੀ ਅਟੈਂਸ਼ਨ ਸੀ ਉਹਦੇ ਆਸੇ ਪਾਸੇ ਜਿਹੜਾ ਵਰਲਡ ਸੀ ਉੱਥੇ ਦੇਖਿਆ, ਅਤੇ ਉਹ ਹਮੇਸ਼ਾ ਮਾਰਕੀਟ ਟ੍ਰੈਂਡਸ 'ਤੇ ਇਨਫੋਰਮਡ ਰਿਹਾ। ਅਤੇ ਜਿਹੜੀ ਉਹਨੇ ਆਪਣੀ ਸੇਵਿੰਗ ਸੀਗੀ ਉਹਨੂੰ ਇਨਵੈਸਟ ਕਰਕੇ ਕਿਵੇਂ ਉਹਨੂੰ ਮਲਟੀਪਲਾਈ ਕੀਤਾ, ਅਤੇ ਹੌਲੀ ਹੌਲੀ ਉਹਦੇ ਕੋਲ ਕਾਫੀ ਡਿਫਰੈਂਟ ਸੋਰਸ ਆਫ ਇਨਕਮ ਹੋ ਗਏ, ਅਤੇ ਉਹਨੇ ਐਜ਼ ਅ ਰਿਚੈਸਟ ਮੈਨ ਆਫ ਬੇਬੀਲੋਨ ਆਪਣਾ ਜਿਹੜਾ ਟਾਈਟਲ ਸੀ ਉਹਨੇ ਅਚੀਵ ਕੀਤਾ। ਇਸ ਚੈਪਟਰ ਦੇ ਵਿੱਚ ਬੇਸਿਕਲੀ ਉਹ ਇਹੀ ਸਮਝਾਉਣਾ ਚਾਹ ਰਿਹਾ ਸੀ ਕਿ ਹਮੇਸ਼ਾ ਆਪਦੇ ਆਸੇ ਪਾਸੇ ਧਿਆਨ ਰੱਖੋ ਕਿ ਕੀ ਟਰੈਂਡ ਦੇ ਵਿੱਚ ਚੱਲ ਰਿਹਾ ਹੈ ਜਾਂ ਫਿਰ ਕਿਹੜੀ ਚੀਜ਼ ਦੇ ਵਿੱਚ ਪ੍ਰੋਫਿਟ ਹੈ, ਅਤੇ ਤੁਸੀਂ ਮਾਰਕੀਟ ਰਿਸਰਚ, ਐਕਚੁਅਲੀ ਉਹਨੇ ਦੱਸਣਾ ਚਾਹੇ ਕਿ ਮਾਰਕੀਟ ਰਿਸਰਚ ਕਰਨੀ ਚਾਹੀਦੀ ਹੈ, ਤੁਹਾਨੂੰ ਹਮੇਸ਼ਾ ਮਾਰਕੀਟ ਦੇ ਵਿੱਚ ਨਿਗਾਹ ਰੱਖੋ। ਇਸ ਤੋਂ ਬਾਅਦ ਉਹਨੇ ਅਗਲੇ ਚੈਪਟਰ ਦੇ ਵਿੱਚ 5 ਲਾਜ਼ ਆਫ ਗੋਲਡ ਦੱਸੇ ਨੇ। ਇਹਦੇ ਵਿੱਚ ਐਕਚੁਅਲੀ ਸੇਮ ਚੀਜ਼ਾਂ ਹੀ ਵਾਰ-ਵਾਰ ਰਿਪੀਟ ਹੋਈਆਂ ਨੇ ਬਾਕੀ ਬੁੱਕਸ ਦੀ ਤਰ੍ਹਾਂ, ਕਿਉਂਕਿ ਉਹ ਚਾਹੁੰਦੇ ਨੇ ਕਿ ਜਿਹੜੀਆਂ ਸਾਰੇ ਲਾਜ਼ ਹੈਗੀਆਂ ਨੇ, ਜਿਹੜੀਆਂ ਸਾਰੀਆਂ ਚੀਜ਼ਾਂ ਹੈਗੀਆਂ ਨੇ, ਜਿਹੜਾ ਰੀਡਰ ਹੈ ਉਹਦੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਬੈਠ ਜਾਣ ਅਤੇ ਉਹ ਕੰਮ ਕਰੇ। ਇਸ ਲਈ ਬਹੁਤ ਗੱਲਾਂ ਰਿਪੀਟ ਕੀਤੀਆਂ ਗਈਆਂ, ਜਿਵੇਂ ਪਹਿਲਾ ਲਾਅ ਫਿਰ ਇਹੀ ਹੈ ਕਿ ਤੁਸੀਂ ਆਪਦੀ ਸੈਲਰੀ ਦਾ 10% ਹੈ ਜਿਹੜਾ ਸੇਵ ਕਰੋ। ਸੈਕਿੰਡ ਲਾਅ ਹੈ ਕਿ ਤੁਸੀਂ ਕਿਵੇਂ ਆਪਦੀ ਜਿਹੜੀ ਮਨੀ ਹੈ ਉਹਨੂੰ ਇਨਕਰੀਜ਼ ਕਰਨ ਬਾਰੇ ਸੋਚਣਾ ਚਾਹੀਦਾ। ਜਿਹੜੇ ਤੁਸੀਂ ਪੈਸੇ ਸੇਵ ਕਰ ਰਹੇ ਹੋ ਉਹਨੂੰ ਸਿਰਫ ਆਪਦੇ ਅਕਾਊਂਟ ਦੇ ਵਿੱਚ ਜਾਂ ਇੱਕ ਸਾਈਡ 'ਤੇ ਪਏ ਨਹੀਂ ਰਹਿਣ ਦੇਣਾ ਚਾਹੀਦਾ, ਉਹਨਾਂ ਨੂੰ ਮਾਰਕੀਟ ਦੇ ਵਿੱਚ ਲਾਉਣਾ ਚਾਹੀਦਾ, ਉਹਨਾਂ ਨੂੰ ਕੰਮ 'ਤੇ ਲਾਉਣਾ ਚਾਹੀਦਾ, ਤਾਂ ਕਿ ਉਹ ਤੁਹਾਡੇ ਲਈ ਜਿਹੜੇ ਡਿਫਰੈਂਟ ਸੋਰਸਿਸ ਆਫ ਇਨਕਮ ਨੇ ਉਹ ਬਣਨ। ਜਿਹੜਾ ਥਰਡ ਲਾਅ ਹੈ ਉਹ ਇਹ ਕਹਿ ਰਿਹਾ ਕਿ ਤੁਸੀਂ ਰੈਕਲੈਸ ਹੋ ਕੇ ਵੀ ਆਪਣੀਆਂ ਇਨਵੈਸਟਮੈਂਟਸ ਨਹੀਂ ਕਰਨੀਆਂ ਚਾਹੀਦੀਆਂ। ਅਗੇਨ ਤੁਹਾਨੂੰ ਮਾਰਕੀਟ ਦੀ ਰਿਸਰਚ ਕਰਨੀ ਚਾਹੀਦੀ ਹੈ। ਫੋਰਥ ਲਾਅ ਇਹ ਕਹਿ ਰਿਹਾ ਕਿ ਜਿਹੜੀਆਂ ਗੈਟ ਰਿਚ ਕੁਇਕ ਸਕੀਮਸ ਹੈਗੀਆਂ ਨੇ ਤੁਹਾਨੂੰ ਉਹਦੇ ਤੋਂ ਬਚਣਾ ਚਾਹੀਦਾ ਹੈਗਾ, ਅਤੇ ਤੁਹਾਨੂੰ ਕਿਸੇ ਦੇ ਵੀ ਪ੍ਰੋਮਿਸਿਸ 'ਤੇ ਟਰਸਟ ਨਹੀਂ ਕਰਨਾ ਚਾਹੀਦਾ, ਤੁਹਾਨੂੰ ਆਪਦਾ ਦਿਮਾਗ ਯੂਜ਼ ਕਰਨਾ ਚਾਹੀਦਾ। ਇਹ ਚੀਜ਼ ਐਕਸਪਲੇਨ ਕਰਨ ਲਈ ਉਹਨਾਂ ਨੇ ਸਾਰੇ ਲਾਜ਼ ਐਕਸਪਲੇਨ ਕਰਨ ਲਈ ਡਿਫਰੈਂਟ ਲਾਈਫ ਐਗਜ਼ਾਮਪਲਸ ਦਾ ਯੂਜ਼ ਕੀਤਾ ਸੀਗਾ। ਅਤੇ ਫਿਫਥ ਉਹਨੇ ਗੱਲ ਕੀਤੀ ਹੈ, ਜਿਹੜਾ ਫਿਫਥ ਲਾਅ ਹੈਗਾ ਕਿ ਹਮੇਸ਼ਾ ਆਪਦੀ ਨੌਲੇਜ ਵਗੈਰਾ ਨੂੰ ਤੁਹਾਨੂੰ ਇਨਕਰੀਜ਼ ਕਰਨਾ ਚਾਹੀਦਾ ਹੈਗਾ, ਤੁਹਾਨੂੰ ਡਿਫਰੈਂਟ ਕੋਰਸਿਸ ਕਰਨੇ ਚਾਹੀਦੇ ਨੇ, ਅਤੇ ਤੁਹਾਨੂੰ ਜੇ ਕੋਈ ਸਮਝਾ ਰਿਹਾ ਹੈਗਾ ਫਾਈਨੈਂਸ਼ੀਅਲ ਚੀਜ਼ ਪਰ ਐਟਲੀਸਟ ਉਹਦੀ ਗੱਲ ਤਾਂ ਸੁਣਨੀ ਚਾਹੀਦੀ ਹੈ। ਇਸ ਤੋਂ ਅਗਲਾ ਚੈਪਟਰ ਆ ਗਿਆ ਦ ਗੋਲਡ ਲੈਂਡਰ ਆਫ ਬੇਬੀਲੋਨ। ਇਸ ਦੇ ਵਿੱਚ ਉਹਨੇ ਇਹ ਕਿਹਾ ਹੈ ਕਿ ਪੈਸੇ ਨੂੰ ਲੈ ਕੇ ਜਿਹੜਾ ਜਿਹੜੀ ਮਨੀ ਹੈ ਤੁਹਾਨੂੰ ਸੋਚ ਸਮਝ ਕੇ ਕਿਸੇ ਨੂੰ ਉਧਾਰ ਦੇਣੀ ਚਾਹੀਦੀ ਹੈ, ਤਾਂ ਕਿ ਤੁਹਾਡਾ ਜਿਹੜਾ ਆਉਣ ਵਾਲਾ ਰਿਲੇਸ਼ਨ ਹੈ, ਜਿਹੜੇ ਵੀ ਬੰਦੇ ਨੂੰ ਤੁਸੀਂ ਪੈਸੇ ਦੇ ਰਹੇ ਹੋ ਵੀ ਉਹਦੇ ਨਾਲ ਤੁਹਾਡਾ ਆਉਣ ਵਾਲਾ ਰਿਲੇਸ਼ਨਸ਼ਿਪ ਵੀ ਉਹਦੇ ਕਰਕੇ ਖਰਾਬ ਨਾ ਹੋ ਜੇ। ਉਹ ਇੱਕ ਸਟੋਰੀ ਬਾਰੇ ਦੱਸਦਾ ਗਾ ਜਿੱਥੇ ਉਹਨੇ ਕਿਸੇ ਦੋਸਤ ਨੂੰ ਜਿਹੜਾ ਗੋਲਡ ਹੈ ਲੈਂਡ ਕੀਤਾ ਸੀਗਾ, ਜਿਹਨੂੰ ਲੋੜ ਸੀਗੀ, ਅਤੇ ਉਹਨੇ ਆਪਦਾ ਦਿਲ ਵੱਡਾ ਕਰਕੇ ਉਹਨੂੰ ਉਸ ਟਾਈਮ 'ਤੇ ਉਹਦੀ ਹੈਲਪ ਕੀਤੀ ਸੀ। ਉਹ ਕਹਿੰਦੇ ਕਿ ਜਦੋਂ ਵੀ ਤੁਸੀਂ ਕਿਸੇ ਨੂੰ ਵੀ ਪੈਸੇ ਦੇ ਰਹੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਸਾਹਮਣੇ ਵਾਲੇ ਬੰਦੇ ਦੀ ਕ੍ਰੈਡੀਬਿਲਿਟੀ ਕੀ ਹੈ, ਉਹਦਾ ਕਰੈਕਟਰ ਕਿਵੇਂ ਦਾ ਗਾ, ਤੁਹਾਡਾ ਉਹਦਾ ਰਿਲੇਸ਼ਨ ਕਿਵੇਂ ਦਾ ਗਾ, ਤੁਸੀਂ ਸਹੀ ਜਜਮੈਂਟ ਕਰ ਰਹੇ ਹੋ ਕਿ ਨਹੀਂ, ਤੁਹਾਨੂੰ ਬੰਦੇ 'ਤੇ ਟਰਸਟ ਹੈ ਕਿ ਨਹੀਂ। ਇਹ ਸਟੋਰੀ ਜਿਹੜੀ ਹੈਗੀ ਹੈ ਉਹ ਇਹ ਵੀ ਬਹੁਤ ਹਾਈਲਾਈਟ ਕਰਦੀ ਹੈ ਕਿ ਕਿਸੇ ਦੇ ਨਾਲ ਸਟਰੋਂਗ ਰਿਲੇਸ਼ਨਸ਼ਿਪ ਜਿਹੜਾ ਟਰਸਟ ਅਤੇ ਓਨੈਸਟੀ 'ਤੇ ਬਣਦਾ। ਜਿਹੜਾ ਆਰਕਿਡ ਸੀਗਾ ਉਹਨੇ ਟਰਾਈ ਕੀਤੀ ਆਪਣੇ ਦੋਸਤ ਦੀ ਹੈਲਪ ਕਰਨ ਦੀ, ਕਿਉਂਕਿ ਉਹਨੂੰ ਉੱਤੇ ਟਰਸਟ ਸੀਗਾ ਅਤੇ ਉਹਨੂੰ ਪਤਾ ਸੀ ਵੀ ਫਿਊਚਰ ਦੇ ਵਿੱਚ ਜਿਹੜਾ ਇਹਨਾਂ ਦਾ ਰਿਲੇਸ਼ਨ ਹੈ ਉਹ ਬਿਲਡ ਹੋ ਸਕਦਾ। ਉਹ ਕਹਿੰਦਾ ਹੈ ਕਿ ਇਹ ਚੈਪਟਰ ਦੇ ਐਂਡ 'ਤੇ ਉਹ ਇਹ ਦੱਸਣਾ ਚਾਹੀਦਾ ਹੈ ਕਿ ਬੰਦੇ ਦਾ ਸਿਰਫ ਕੰਮ ਇਹ ਨਹੀਂ ਹੈਗਾ ਕਿ ਉਹ ਵੈਲਥ ਹੀ ਅਕਮੂਲੇਟ ਕਰਦਾ ਰਹੇ, ਸਿਰਫ ਪੈਸਾ ਹੀ ਇਕੱਠਾ ਕਰਦਾ ਰਹੇ। ਜੇ ਉਹ ਪੈਸੇ ਦੇ ਥਰੂ ਇੱਕ ਚੰਗੇ ਰਿਲੇਸ਼ਨਸ਼ਿਪ ਬਣਾ ਸਕਦਾ ਹੈ ਜਾਂ ਕਿਸੇ ਦੀ ਮਦਦ ਕਰ ਸਕਦਾ, ਉਹਨੂੰ ਟਾਈਮ ਟੂ ਟਾਈਮ ਉਹ ਵੀ ਕਰਨਾ ਚਾਹੀਦਾ ਹੈ, ਕਿਉਂਕਿ ਐਟ ਦ ਐਂਡ ਆਫ ਦ ਡੇ ਸਿਰਫ ਮਨੀ ਹੀ ਮੈਟਰ ਨਹੀਂ ਕਰਦੀ, ਤੁਹਾਡੇ ਜਿਹੜੇ ਪਰਸਨਲ ਕਨੈਕਸ਼ਨਸ ਨੇ ਉਹ ਵੀ ਐਜ਼ ਅ ਐਸੈਟ ਹੁੰਦੇ ਨੇ, ਉਹ ਵੀ ਤੁਸੀਂ ਇਨ ਫਿਊਚਰ ਕਿਤੇ ਨਾ ਕਿਤੇ ਯੂਜ਼ ਕਰ ਸਕਦੇ ਹੋ। ਉਹ ਵੀ ਤੁਹਾਡੇ ਲਈ ਇੱਕ ਤੁਸੀਂ ਕਹਿ ਸਕਦੇ ਹੋ, ਉਹ ਇਹ ਕਹਿਣਾ ਚਾਹੁੰਦਾ ਹੈ ਕਿ ਚੰਗੇ ਕਨੈਕਸ਼ਨ ਵੀ ਐਜ਼ ਅ ਇਨਵੈਸਟਮੈਂਟ ਹੀ ਹੈ ਤੁਹਾਡੇ ਲਈ। ਜਿਹੜਾ ਇਹ ਬੁੱਕ ਦਾ ਅਗਲਾ ਚੈਪਟਰ ਹੈ ਉਹਦਾ ਨਾਮ ਹੈ ਦ ਵਾਲਸ ਆਫ ਬੇਬੀਲੋਨ। ਇਹਦੇ ਵਿੱਚ ਐਕਚੁਅਲੀ ਜਿਹੜਾ ਆਰਕਿਡ ਹੈਗਾ ਗਾ ਉਹਨੇ ਮੇਨ ਇਹੀ ਐਕਸਪਲੇਨ ਕੀਤਾ ਕਿ ਕਿਵੇਂ ਉਹ ਫਾਈਨੈਂਸ਼ੀਅਲੀ ਜਿਹੜਾ ਉਹ ਵਧੀਆ ਨਹੀਂ ਸੀਗਾ, ਉਹ ਕਿਵੇਂ ਸਟਰਗਲ ਕਰ ਰਿਹਾ ਸੀਗਾ, ਅਤੇ ਉਹ ਸਟਰਗਲ ਦੂਰ ਕਰਨ ਲਈ ਉਹਨੇ ਕਿਤੇ ਔਖੀ ਹੋ ਕੇ ਥੋੜ੍ਹੀ ਬਹੁਤੀ ਸੇਵਿੰਗ ਕੀਤੀ। ਜਿਹੜੀ ਉਹ ਸੇਵਿੰਗ ਸੀ ਉਹਨੇ ਰੀਅਲ ਐਸਟੇਟ ਦੇ ਵਿੱਚ ਇਨਵੈਸਟ ਕੀਤੀ। ਉਹ ਰੀਅਲ ਐਸਟੇਟ ਨੂੰ ਹੀ ਉਹਨੇ ਵਾਲਸ ਆਫ ਬੇਬੀਲੋਨਸ ਕਿਹਾ ਹੈ ਕਿ ਕਿਵੇਂ ਉਹ ਰੀਅਲ ਐਸਟੇਟ ਇਨਵੈਸਟਮੈਂਟ ਤੋਂ ਉਹਨੇ ਪ੍ਰੋਫਿਟ ਲਿਆ, ਅਤੇ ਕਿਵੇਂ ਉਹਨੇ ਹਮੇਸ਼ਾ ਹਰ ਪ੍ਰੋਫਿਟ ਤੋਂ ਅਗੇਨ ਰੀਅਲ ਐਸਟੇਟ ਦੇ ਵਿੱਚ ਇਨਵੈਸਟ ਕਰਨਾ ਸ਼ੁਰੂ ਕੀਤਾ। ਅਤੇ ਉਹਨੇ ਕਿਵੇਂ ਰੀਡਰਸ ਨੂੰ ਇਹ ਦੱਸਣਾ ਚਾਹਿਆ ਹੈ ਕਿ ਉਸ ਟਾਈਮ 'ਤੇ ਜਿਹੜਾ ਰੀਅਲ ਐਸਟੇਟ ਹੈਗਾ ਜਾਂ ਇਸ ਟਾਈਮ 'ਤੇ ਵੀ ਰੀਅਲ ਐਸਟੇਟ 'ਤੇ ਇਨਵੈਸਟ ਕਰਨਾ
ਬਹੁਤ ਵਧੀਆ ਇਨਵੈਸਟਮੈਂਟ ਹੈਗੀ ਹੈ ਤੇ ਇਨ ਫਿਊਚਰ ਤੁਹਾਨੂੰ ਇਹ ਬਹੁਤ ਹੀ ਜ਼ਿਆਦਾ ਵਧੀਆ ਬੈਨੀਫਿਟ ਤੇ ਰਿਟਰਨ ਦੇਗੀ। ਉਹਨੇ ਬਾਅਦ 'ਚ ਇਹ ਵੀ ਕਿਹਾ ਹੈ ਕਿ ਫਿਰ ਵੀ ਇਹ ਨਹੀਂ ਹੈਗਾ ਕਿ ਤੁਸੀਂ ਇਨਵੈਸਟ ਕਰਨ ਲਈ ਬਹੁਤ ਸਾਰੇ ਕਰਜ਼ੇ ਚੱਕੋ ਅਤੇ ਕਰਜ਼ੇ ਦੇ ਥੱਲੇ ਆ ਜਾਓ। ਆਪਦਾ ਮਾਈਂਡ ਯੂਜ਼ ਕਰੋ, ਜਿਹੜੀਆਂ ਫਾਈਨੈਂਸ਼ੀਅਲ ਕੈਪੇਬਿਲਿਟੀਜ਼ ਹੈਗੀਆਂ ਨੇ ਅਤੇ ਜਿਹੜੇ ਰਿਸਕ ਐਸੋਸੀਏਟਿਡ ਹੈਗੀਆਂ ਨੇ ਇਹਨਾਂ ਦੇ ਨਾਲ, ਉਹਨਾਂ 'ਤੇ ਵੀ ਗੌਰ ਕਰੋ। ਮੇਨ ਉਹਨੇ ਇਹੀ ਕਹਿਣਾ ਚਾਹਿਆ ਸੀਗਾ ਵੀ ਜਿਹੜਾ ਰੀਅਲ ਏਸਟੇਟ ਹੈਗਾ ਇਹ ਬਹੁਤ ਹੀ ਵਧੀਆ ਵੈਲਥ ਬਿਲਡਿੰਗ ਐਸੈਟ ਬਣ ਸਕਦਾ ਹੈ। ਬੁੱਕ ਦਾ ਜਿਹੜਾ ਅਗਲਾ ਚੈਪਟਰ ਹੈ ਉਹਦਾ ਨਾਮ ਹੈਗਾ ਦ ਕੈਮਲ ਟ੍ਰੇਡਰ ਆਫ ਬੇਬੀਲੋਨ। ਸੋ ਜੋ ਵੀ ਹੁਣ ਤੱਕ ਉਹਨੇ ਲੌਜ਼ ਦੱਸੇ ਸੀ ਜਾਂ ਲੌਜ਼ ਸਮਝਾਏ ਸੀ, ਪਰ ਲੋਕਾਂ ਨੇ ਉਹਨੂੰ ਕੁਐਸਚਨ ਕੀਤਾ ਕਿ ਇਹ ਤਾਂ ਸਾਨੂੰ ਮਤਲਬ ਤੂੰ ਕਹਿ ਰਿਹਾ ਵੀ ਤੇਰੀ ਸਟੋਰੀ ਹੈ, ਅਸੀਂ ਤੈਨੂੰ ਗਰੋ ਹੁੰਦੇ ਨਹੀਂ ਦੇਖਿਆ ਉਹਨੇ ਚੰਗੀ ਤਰ੍ਹਾਂ, ਰਾਈਟ? ਸੋ ਜੋ ਤੂੰ ਕਹਿ ਰਿਹਾ ਅਸੀਂ ਤੈਨੂੰ ਕਿਉਂ ਬਲੀਵ ਕਰੀਏ? ਸੋ ਉਹਨੇ ਇੱਕ ਬੰਦਾ ਹੁੰਦਾ ਜਿਹੜਾ ਆਪਾਂ ਇਹ ਚੈਪਟਰ ਦੇ ਵਿੱਚ ਇੱਕ ਨਵਾਂ ਕਰੈਕਟਰ ਆਉਂਦਾ ਜਿਹਦਾ ਨਾਮ ਹੁੰਦਾ ਦਾਬਾ ਸਰ। ਉਹ ਦੱਸਦਾ ਹੈ ਕਿ ਕਿਵੇਂ ਅਰਕਟ ਨੇ ਉਹਦੀ ਹੈਲਪ ਕੀਤੀ ਇਹੀ ਸਾਰੇ ਪ੍ਰਿੰਸੀਪਲਸ ਯੂਜ਼ ਕਰਕੇ ਗਰੋ ਕਰਨ ਲਈ, ਕਿਵੇਂ ਉਹ ਡੈਪਟ ਦੇ ਵਿੱਚ ਡੁੱਬਿਆ ਹੋਇਆ ਸੀ, ਕਿਵੇਂ ਕੋਈ ਵੀ ਉਹਦੀ ਮਦਦ ਕਰਨ ਲਈ ਤਿਆਰ ਨਹੀਂ ਸੀ, ਉਹਨੇ ਹਰ ਕਿਸੇ ਦੇ ਪੈਸੇ ਦੇਣੇ ਸੀ। ਪਰ ਉਸ ਟਾਈਮ ਦੇ ਵਿੱਚ ਉਹ ਅਰਕਤ ਨੂੰ ਮਿਲਿਆ। ਅਰਕਤ ਨੇ ਉਹਨੂੰ ਕਿਹਾ ਕਿ ਮੈਂ ਤੈਨੂੰ ਪੈਸੇ ਨਹੀਂ ਦੂੰਗਾ ਬਟ ਮੈਂ ਤੈਨੂੰ ਕੁਛ ਐਡਵਾਈਸ ਦੂੰਗਾ, ਕੁਛ ਲੈਸਨਸ ਦਊਂਗਾ। ਉਹ ਲੈਸਨਸ ਨੂੰ ਜੇ ਤੂੰ ਆਪਣੀ ਲਾਈਫ ਦੇ ਵਿੱਚ ਇੰਟਰੋਡਿਊਸ ਕਰੇਗਾ ਤਾਂ ਤੇਰੀ ਲਾਈਫ ਫॉर ਸ਼ੋਰ ਚੇਂਜ ਹੋ ਜੂਗੀ। ਸੋ ਹੁਣ ਤੱਕ ਜੋ ਵੀ ਆਪਾਂ ਪੜ੍ਹਿਆ, ਜੋ ਵੀ ਆਪਾਂ ਡਿਸਕਸ ਕੀਤਾ, ਉਹ ਸਾਰੇ ਲੌਜ਼ ਉਹਨੇ ਉਹਦੇ ਨਾਲ ਸ਼ੇਅਰ ਕੀਤੇ ਅਤੇ ਫਾਈਨੈਂਸ਼ਲੀ ਉਹਦੀ ਜਿਹੜੀ ਲਾਈਫ ਸੀਗੀ ਉਹ ਬਹੁਤ ਜ਼ਿਆਦਾ ਚੇਂਜ ਹੋ ਗਈ। ਉਹ ਫਾਈਨੈਂਸ਼ਲੀ ਗਰੋ ਕਰਿਆ ਉਹਨੇ ਉਹਦੇ ਕਹੇ ਅਤੇ ਜਿਵੇਂ ਉਹਨੇ ਸਮਝਾਇਆ, ਇਨਵੈਸਟਮੈਂਟਸ ਕੀਤੀਆਂ, ਰਿਸਕ ਲਏ, ਆਪਣੀ ਸੇਵਿੰਗ ਕੀਤੀ, ਇਨਵੈਸਟਮੈਂਟ ਕੀਤੀ। ਉਹਨੇ ਜਿਹਦੇ ਵੀ ਪੈਸੇ ਦੇਣੇ ਸੀ ਉਹਨੇ ਸਾਰਿਆਂ ਦੇ ਪੈਸੇ ਵਾਪਸ ਕੀਤੇ, ਬਟ ਉਹਨਾਂ ਤੋਂ ਥੋੜ੍ਹਾ ਟਾਈਮ ਜ਼ਰੂਰ ਲਿਆ ਸੀ ਕਿਉਂਕਿ ਜੋ ਪੈਸੇ ਪਹਿਲਾਂ ਜਿਹੜੇ ਪੈਸੇ ਹੁਣ ਉਹ ਸੇਵ ਕਰ ਰਿਹਾ ਸੀ ਪਹਿਲਾਂ ਉਹ ਆਪਦਾ ਡੈਪਟ ਚੁਕਾਉਣ ਦੇ ਵਿੱਚ ਯੂਜ਼ ਕਰ ਰਿਹਾ ਸੀ। ਪਰ ਉਹਨੇ ਜਿਨ੍ਹਾਂ ਦੇ ਵੀ ਪੈਸੇ ਦੇਣੇ ਸੀ ਉਹਨਾਂ ਤੋਂ ਥੋੜ੍ਹਾ ਟਾਈਮ ਮੰਗਿਆ ਅਤੇ ਉਹ ਪੈਸੇ ਇਨਵੈਸਟ ਕਰਨੇ ਸ਼ੁਰੂ ਕੀਤੇ। ਜਿਹੜੀ ਮਨੀ ਉਹ ਸੇਵ ਕਰ ਰਿਹਾ ਸੀ ਉਹਨੂੰ ਵਰਕ ਦੇ ਵਿੱਚ ਲੈ ਕੇ ਆਇਆ, ਜਿਹਦੇ ਨਾਲ ਉਹਦੇ ਕੋਲ ਮਲਟੀਪਲ ਸੋਰਸ ਆਫ ਇਨਕਮ ਹੋ ਗਏ। ਉਹ ਸਾਰੇ ਮਲਟੀਪਲ ਸੋਰਸ ਆਫ ਇਨਕਮ ਦੇ ਨਾਲ ਨਾ ਹੀ ਉਹ ਡੈਪਟ ਫਰੀ ਹੋਇਆ ਬਟ ਉਹਨੇ ਆਪਦੀ ਰੀਅਲ ਏਸਟੇਟ ਜਰਨੀ ਸ਼ੁਰੂ ਕੀਤੀ, ਉਹਨੇ ਆਪਦੀ ਇਨਵੈਸਟਮੈਂਟ ਜਰਨੀ ਸ਼ੁਰੂ ਕੀਤੀ ਅਤੇ ਹੌਲੀ ਹੌਲੀ ਉਹ ਬਿਲਕੁਲ ਆਪਣੀ ਫਾਈਨੈਂਸ਼ੀਅਲ ਫਰੀਡਮ ਦੇ ਵੱਲ ਚਲਾ ਗਿਆ। ਇਸ ਤੋਂ ਅਗਲਾ ਚੈਪਟਰ ਇਸ ਬੁੱਕ ਦਾ ਹੈ ਜਿਹਦਾ ਨਾਮ ਹੈ ਦ ਕਲੇ ਟੈਬਲੇਟਸ ਫਰੋਮ ਬੇਬੀਲੋਨ। ਉਹ ਇਹ ਦੱਸਣਾ ਚਾਹ ਰਿਹਾ ਹੈ ਕਿ ਬੇਬੀਲੋਨ ਦੇ ਵਿੱਚੋਂ ਕੁਝ ਕਲੇ ਦੇ ਟੈਬਲੇਟਸ ਬਣੇ ਮਿਲੇ ਸੀ, ਕੁਝ ਇੰਗਰੇਵਿੰਗਸ ਮਿਲੀਆਂ ਸੀ ਜਿਸ ਦੇ ਵਿੱਚ ਇਹ ਸਾਰਾ ਕੁਝ ਦੱਸਿਆ ਗਿਆ ਸੀ, ਜਿਸ ਤੋਂ ਇਹ ਸਾਰਾ ਕੁਝ ਪਤਾ ਲੱਗਦਾ ਸੀ ਕਿ ਉਸ ਟਾਈਮ ਦੇ ਲੋਕ ਵੀ ਲਰਨਿੰਗ ਦੇ ਵਿੱਚ, ਨਿਊ ਸਕਿੱਲ ਐਕਵਾਇਰ ਕਰਨ ਦੇ ਵਿੱਚ, ਕੁਝ ਨਵਾਂ ਸਿੱਖਣ ਦੇ ਵਿੱਚ, ਆਪਦੀ ਨੌਲੇਜ ਵਧਾਉਣ ਦੇ ਵਿੱਚ, ਮੈਂਟਰਸ ਦੇ ਵਿੱਚ, ਸਭ ਦੇ ਵਿੱਚ ਬਿਲੀਵ ਕਰਦੇ ਸੀ। ਉਸ ਟਾਈਮ 'ਤੇ ਵੀ ਉਹਨਾਂ ਨੇ ਇਹ ਇੰਪੋਰਟੈਂਸ ਦੱਸੀ ਹੈ ਕਿ ਨੌਲੇਜ ਕਿੰਨੀ ਜ਼ਰੂਰੀ ਸੀ, ਨਵੇਂ ਸਕਿੱਲਸ ਕਿੰਨੇ ਜ਼ਰੂਰੀ ਸੀ। ਇਹੀ ਚੀਜ਼ਾਂ ਦੇ ਨਾਲ ਹੀ ਤੁਸੀਂ ਆਪਦੀ ਜਿਹੜੀ ਵੈਲਥ ਹੈ ਗਰੋ ਕਰ ਸਕਦੇ ਹੋ। ਸੋ ਕਹਿੰਦਾ ਅੱਜ ਵੀ ਆਪਾਂ ਕਹਿੰਦੇ ਹਾਂ ਕਿ ਆਪਾਂ ਨੂੰ ਨਵੇਂ ਸਕਿੱਲਸ ਐਕਵਾਇਰ ਕਰਨੇ ਚਾਹੀਦੇ ਆ, ਇਹ ਅੱਜ ਦੀ ਚੀਜ਼ ਨਹੀਂ ਹੈਗੀ। ਇਹ ਆਪਾਂ ਏਂਸ਼ੀਅੰਟ ਬੇਬੀਲੋਨ ਦੀ ਗੱਲ ਕਰ ਰਹੇ ਹਾਂ ਕਿ ਉਸ ਟਾਈਮ ਦੇ ਵਿੱਚ ਵੀ ਇਹ ਚੀਜ਼ ਦੀ ਇੰਪੋਰਟੈਂਸ ਸੀਗੀ ਅਤੇ ਉਹਨੇ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਚੈਪਟਰ ਦੇ ਵਿੱਚ। ਸੋ ਇਹ ਸੀਗੀ ਆਪਣੀ ਬੁੱਕ ਦ ਰਿਚੈਸਟ ਮੈਨ ਆਫ ਬੇਬੀਲੋਨ। ਹੁਣ ਆਪਾਂ ਆਪਣੇ ਇਸ ਐਪੀਸੋਡ ਦੀ ਐਂਡਿੰਗ ਤੱਕ ਪਹੁੰਚ ਚੁੱਕੇ ਹਾਂ। ਸੋ ਆਪਾਂ ਜਾਂਦੇ ਇਹ ਕਹਿ ਸਕਦੇ ਹਾਂ ਕਿ ਇਹ ਬੁੱਕ ਨੇ ਆਪਾਂ ਨੂੰ ਆਰਟ ਆਫ ਇਨਵੈਸਟਿੰਗ, ਸਿਗਨੀਫਿਕੈਂਸ ਆਫ ਪ੍ਰੋਟੈਕਟਿੰਗ ਆਵਰ ਵੈਲਥ ਐਂਡ ਜਿਹੜੀ ਆਪਾਂ ਨੂੰ ਵੈਲਿਊਏਬਲ ਦਿੱਤੀ ਹੈ ਇਨਫੋਰਮੇਸ਼ਨ ਕਿ ਆਪਾਂ ਨੂੰ ਹਮੇਸ਼ਾ ਨਵੇਂ ਸਕਿੱਲਸ ਜਿਹੜੇ ਨੇ ਸਿੱਖਦੇ ਰਹਿਣਾ ਚਾਹੀਦਾ ਗਾ। ਜਿਹੜੀ ਆਪਣੀ ਫਾਈਨੈਂਸ਼ੀਅਲ ਸਕਸੈਸ ਹੈ ਇੱਕ ਬੰਦੇ ਦੀ, ਉਹ ਆਪਣੇ ਹੱਥਾਂ ਦੇ ਵਿੱਚ ਹੀ ਹੁੰਦੀ ਹੈ। ਸੋ ਆਪਾਂ ਨੂੰ ਇਹ ਜੋ ਆਪਾਂ ਅੱਜ ਇਹ ਬੁੱਕ ਤੋਂ ਸਿੱਖਿਆ, ਆਪਾਂ ਨੂੰ ਜਿਹੜੀਆਂ ਇਹਦੀਆਂ ਲਰਨਿੰਗਸ ਨੇ ਉਹਨੂੰ ਆਪਣੇ ਲਾਈਫ ਦੇ ਵਿੱਚ ਲੈ ਕੇ ਆਉਣਾ ਚਾਹੀਦਾ ਤਾਂ ਕਿ ਆਪਣੀ ਜਿਹੜੀ ਫਾਈਨੈਂਸ਼ੀਅਲ ਸੋ ਆਪਾਂ ਇਹ ਬੁੱਕ ਦੇ ਵਿੱਚ ਜੋ ਵੀ ਸਿੱਖਿਆ ਇਹਦੀਆਂ ਟੀਚਿੰਗਸ ਨੂੰ ਆਪਾਂ ਆਪਣੀ ਲਾਈਫ ਦੇ ਵਿੱਚ ਲੈ ਕੇ ਆਈਏ ਅਤੇ ਆਪਣੀ ਜਿਹੜੀ ਫਾਊਂਡੇਸ਼ਨ ਹੈ ਵੈਲਥ ਬਿਲਡਿੰਗ ਲਈ ਉਹਨੂੰ ਸਟਰੋਂਗ ਕਰੀਏ। ਨਾਲੇ ਆਪਾਂ ਇਹ ਗੱਲ ਵੀ ਯਾਦ ਰੱਖੀਏ ਕਿ ਵੈਲਥ ਸਿਰਫ ਮਨੀ ਦੀ ਅਕਮੂਲੇਸ਼ਨ ਨਹੀਂ ਹੈਗੀ ਬਟ ਕਿ ਜਿਹੜੀਆਂ ਚੋਇਸਿਸ ਆਪਾਂ ਬਣਾਉਂਦੇ ਹਾਂ, ਜੋ ਆਪਾਂ ਲਰਨ ਕਰਦੇ ਹਾਂ, ਜਿਹੜੇ ਰਿਸ਼ਤੇ ਆਪਾਂ ਬਣਾਉਂਦੇ ਹਾਂ ਆਪਣੀ ਜਰਨੀ ਦੇ ਉੱਤੇ, ਉਹ ਵੀ ਮਾਇਨੇ ਰੱਖਦੇ ਨੇ। ਜਿਵੇਂ ਕਈ ਲੋਕਾਂ ਨੂੰ ਆਦਤ ਹੁੰਦੀ ਹੈ ਸਿਰਫ ਪੈਸਾ ਇਕੱਠਾ ਕਰਕੇ ਉੱਤੇ ਬੈਠੇ ਰਹਿਣਾ, ਉਹ ਵੀ ਸਹੀ ਚੀਜ਼ ਨਹੀਂ ਹੈਗੀ। ਆਪਾਂ ਨੂੰ ਰਾਈਟ ਵੇਜ਼ ਪਤਾ ਹੋਣੇ ਚਾਹੀਦੇ ਨੇ ਕਿ ਆਪਾਂ ਆਪਣੀ ਵੈਲਥ ਨੂੰ ਕਿਵੇਂ ਗਰੋ ਕਰ ਸਕਦੇ ਹਾਂ। ਥੈਂਕ ਯੂ ਸੋ ਮਚ ਤੁਹਾਡਾ ਸਾਰਿਆਂ ਦਾ ਅੱਜ ਮੇਰੇ ਨਾਲ ਜੁੜਨ ਲਈ ਅਤੇ ਇਹ ਕਿਤਾਬ ਸੁਣਨ ਲਈ। ਮੈਂ ਆਸ਼ਾ ਕਰਦੀ ਹਾਂ ਕਿ ਜਿਹੜੀ ਵੀ ਗੱਲਾਂ ਅੱਜ ਆਪਾਂ ਕੀਤੀਆਂ ਨੇ ਉਹ ਤੁਹਾਡੀ ਲਾਈਫ ਦੇ ਵਿੱਚ ਤੁਹਾਨੂੰ ਇੰਸਪਾਇਰ ਕਰਨਗੀਆਂ। ਤੁਸੀਂ ਕੁਛ ਨਾ ਕੁਛ ਇਹ ਬੁੱਕ ਦੇ ਵਿੱਚੋਂ ਆਪਣੀ ਲਾਈਫ ਦੇ ਵਿੱਚ ਜ਼ਰੂਰ ਲੈ ਕੇ ਆਓਗੇ।
ਥੈਂਕ ਯੂ ਸੋ ਮਚ ਤੁਹਾਡੇ ਸਾਰਿਆਂ ਦਾ। Thank you so much for you all to tuning into your favorite channel, The Bright Side of Books. Thank you.